हाँ जी, ਸਤਿ ਸ਼੍ਰੀ ਅਕਾਲ ਬੱਚੋ ਸਾਰਿਆਂ ਨੂੰ। ਸੋ ਬਹੁਤ ਹੀ ਇੰਪੋਰਟੈਂਟ ਸੀਰੀਜ਼ ਆਪਾਂ ਤੁਹਾਡੇ ਲਈ ਸਟਾਰਟ ਕੀਤੀ ਹੋਈ ਹੈ ਸਿਲੈਕਸ਼ਨ ਸੀਰੀਜ਼। ਕੱਲ ਕਲਾਸ ਸੈਕਿੰਡ ਆਪਾਂ ਅਪਲੋਡ ਕੀਤੀ ਹੈ ਬੱਚੋ, ਤੇ ਉਹਦੇ ਵਿੱਚ ਸਪੈਸ਼ਲ ਆਪਾਂ ਤੁਹਾਨੂੰ ਜ਼ਿਕਰ ਕੀਤਾ ਸੀਗਾ ਵੀ ਇਸ ਵਾਰ ਆਪਾਂ ਸਮੇਂ-ਸਮੇਂ ਤੋਂ ਨਾਲ ਕਨਸੈਪਚੁਅਲ ਵੀਡੀਓਜ਼ ਵੀ ਲੈ ਕੇ ਆਵਾਂਗੇ ਔਨ ਨੰਬਰ ਆਫ ਟੌਪਿਕਸ ਆਫ ਜੀਕੇ, ਤਾਂ ਜੋ ਤੁਸੀਂ ਆਪਦੀ ਡਿਮਾਂਡ ਕਮੈਂਟ ਸੈਕਸ਼ਨ ਦੇ ਵਿੱਚ ਸਮੇਂ-ਸਮੇਂ ਤੋਂ ਰੱਖਦੇ ਰਹੋ। ਆਪਾਂ ਉਹ ਫੁੱਲਫਿਲ ਕਰਾਂਗੇ ਇਸ ਵਾਰ, ਕਿਉਂਕਿ ਵਧੀਆ ਟਾਈਮ ਆਪਣੇ ਕੋਲੇ। ਲਾਸਟ ਕਲਾਸ ਵਿੱਚ ਆਪਾਂ ਜ਼ਿਕਰ ਕੀਤਾ ਸੀ ਬੱਚੋ ਵਰਲਡ ਬੈਂਕ ਦਾ। ਸੋ ਅੱਜ ਥੰਬਨੇਲ ਚੈੱਕ ਕਰ ਲਿਆ ਹੋਊਗਾ, ਕਿਉਂਕਿ ਅੱਜ ਦੀ ਕਲਾਸ 'ਚ ਆਪਾਂ ਪ੍ਰੋਪਰ ਤਰੀਕੇ ਨਾਲ ਡਿਟੇਲ 'ਚ ਜਸਟ 30-35 ਮਿੰਟਾਂ ਦੇ ਵਿੱਚ ਵਰਲਡ ਬੈਂਕ ਨੂੰ ਵਧੀਆ ਤਰੀਕੇ ਨਾਲ ਅੰਡਰਸਟੈਂਡ ਕਰਾਂਗੇ। ਤੇ ਅੱਜ ਤੋਂ ਬਾਅਦ ਤੁਹਾਨੂੰ ਸਾਰੀ ਉਮਰ ਇਸ ਬੈਂਕ ਦੇ ਵਿੱਚ ਦਿੱਕਤ ਨਹੀਂ ਆਊਗੀ, ਕਿਉਂਕਿ ਮੈਨੂੰ ਪਤਾ ਹੈ ਵੀ ਤੁਸੀਂ ਰੂਟੀਨ ਦੇ ਵਿੱਚ ਵਰਲਡ ਬੈਂਕ ਕਰੰਟ ਅਫੇਅਰ ਸਟੱਡੀ ਜੀਕੇ 'ਚ ਪੜ੍ਹਦੇ ਰਹਿੰਦੇ ਹੋ। ਬਹੁਤ ਲੋਨ ਲੈਣੇ ਆਪਾਂ, ਬਹੁਤ ਲੋਨੇ ਆ ਦਿੰਦੇ ਆ ਡਿਵੈਲਪਮੈਂਟਲ ਪਰਪਸ ਦੇ ਲਈ। ਕੀ ਡਿਫਰੈਂਸ ਹੈ IMF ਵਰਲਡ ਬੈਂਕ ਵਗੈਰਾ, ਸਾਰਾ ਇਹ ਲੈਕਚਰ ਤੁਸੀਂ ਵਧੀਆ ਤਰੀਕੇ ਨਾਲ ਇੰਜੋਏ ਕਰਨਾ ਹੈ। ਸਾਰੇ ਹੀ ਕੰਪੀਟੀਟਿਵ ਐਗਜ਼ਾਮ ਵਾਸਤੇ ਬੱਚੋ ਇਹ ਲੈਕਚਰ ਹੈ। ਇਹਦੀ ਇਹ ਖਾਸ ਗੱਲ ਹੈ, ਚਾਹੇ ਤੁਸੀਂ ਪੰਜਾਬ ਐਗਜ਼ਾਮ ਦਿਓਗੇ, ਜੋ ਸੈਂਟਰ ਐਗਜ਼ਾਮ ਦਿਓਗੇ, ਕੋਈ ਟੀਚਿੰਗ ਐਗਜ਼ਾਮ ਦਿਓਗੇ, ਜੋ ਮਰਜ਼ੀ ਐਗਜ਼ਾਮ 'ਚ ਅਪੀਅਰ ਹੋਣਾ ਹੈ। ਮੈਂ ਕਹਿੰਦਾ ਐਗਜ਼ਾਮ 'ਚ ਅਪੀਅਰ ਨਹੀਂ ਵੀ ਹੋਣਾ ਤਾਂ ਵੀ ਜੇ ਵਰਲਡ ਬੈਂਕ ਬਾਰੇ ਜਾਣ ਲਓਗੇ ਤਾਂ ਮਾੜੀ ਗੱਲ ਨਹੀਂ। ਚੰਗੀ ਬੈਂਕ ਹੈ, ਪਤਾ ਹੋਣਾ ਚਾਹੀਦਾ ਹੈ ਕਿਉਂ ਬਣੀ ਹੈ, ਕਿਹੜੇ ਹਾਲਾਤਾਂ 'ਚ ਬਣੀ ਹੈ, ਮੈਂਬਰ ਹੈਡਕੁਆਟਰ ਵਗੈਰਾ ਤਾਂ ਆਪਾਂ ਯਾਦ ਵੈਸੇ, ਠੀਕ ਹੈ ਨਾ। ਚਲੋ ਫਿਰ, ਤੇ ਨਾਲ ਤੁਹਾਨੂੰ ਮੈਂ ਸਟਾਰਟ ਮਤਲਬ ਕਰਨ ਤੋਂ ਪਹਿਲਾਂ ਇੱਕ ਫਾਸਟ ਦੱਸਦਾ, ਜੇਕਰ ਤੁਸੀਂ ਹਜੇ ਵੀ ਆਪਦੀ ਤਿਆਰੀ ਦੇ ਵਿੱਚ ਤੁਹਾਨੂੰ ਕਮੀ ਮਹਿਸੂਸ ਹੋ ਰਹੀ ਹੈ, ਜਾਂ ਤੁਸੀਂ ਪਹਿਲਾਂ ਮਤਲਬ ਸਾਲ ਤਿਆਰੀ ਕੀਤੀ ਹੈ, 1.5 ਸਾਲ ਤਿਆਰੀ ਕੀਤੀ ਹੈ, ਹਲੀ ਵੀ ਉਹ ਚੀਜ਼ ਦੀ ਆਊਟਪੁੱਟ ਤੁਹਾਨੂੰ ਨਹੀਂ ਮਿਲੀ, ਅੱਜ ਵੀ ਰੂਟੀਨ ਦੇ ਵਿੱਚ ਡੇਲੀ ਆਫਿਸ ਇੱਕ ਬੱਚਾ ਇਹ ਵਿਜ਼ਿਟ ਕਰਦਾ ਹੀ ਕਰਦਾ। ਇੱਕ ਕਿਉਂ ਮੈਂ ਕਹਿੰਦਾ 10-10 5-5 ਬੱਚੇ ਵਿਜ਼ਿਟ ਕਰਦੇ ਆ ਕਿ ਸਰ ਪੜ੍ਹਾਈ ਤਾਂ ਬਹੁਤ ਕਰ ਰਹੇ ਆ, ਬਟ ਪੇਪਰ ਦੇ ਵਿੱਚ ਸਾਨੂੰ ਮਤਲਬ ਸਫਲਤਾ ਨਹੀਂ ਮਿਲੀ। ਸੋ ਸਫਲਤਾ ਦੇ ਲਈ ਬੱਚੋ ਆਪਾਂ ਸਿਲੈਕਸ਼ਨ ਕਿੱਟ ਲੈ ਕੇ ਆਏ ਹਾਂ। ਚਾਹੇ ਤੁਸੀਂ ਫਰੈਸ਼ਰ ਹੋ, ਚਾਹੇ ਤੁਸੀਂ 올ਡ ਸਟੂਡੈਂਟ ਹੋ, ਇਹ ਸਿਲੈਕਸ਼ਨ ਕਿੱਟ ਸ਼ੋਰ ਸ਼ਾਰਟ ਆ ਬੱਚੋ ਵੀ ਸਿਲੈਕਸ਼ਨ ਹਰ ਹਾਲਤ ਵਿੱਚ ਤੁਹਾਨੂੰ ਪ੍ਰਾਪਤ ਕਰਵਾਊਗੀ, ਕਿਉਂਕਿ ਇਹਦੇ ਵਿੱਚ ਪ੍ਰੋਪਰ ਆਪਣਾ ਤੁਹਾਨੂੰ ਸਾਰਾ ਕੰਟੈਂਟ ਮਿਲੂਗਾ, ਨਾਲ ਪ੍ਰੋਪਰ ਤੁਹਾਨੂੰ ਸੁਪਰ ਡੁਪਰ ਟੈਸਟ ਸੀਰੀਜ਼ ਮਿਲੂਗੀ। ਇਹ ਟੈਸਟ ਸੀਰੀਜ਼ ਦੀ ਮੈਂ ਗੱਲ ਕਰ ਰਿਹਾ, ਇਹ ਬੱਚਾ ਲਾਸਟ ਕਲਾਸ ਪੁੱਛ ਵੀ ਰਿਹਾ ਸੀਗਾ। ਇਹ ਟੈਸਟ ਸੀਰੀਜ਼ ਜੇਕਰ ਬੱਚੋ ਤੁਸੀਂ ਆਹ ਕੋਰਸ ਬਾਏ ਕਰਦੇ ਹੋ, ਤੁਹਾਨੂੰ ਅਲੱਗ ਪਰਚੇਸ ਕਰਨ ਦੀ ਜ਼ਰੂਰਤ ਨਹੀਂ। ਇਹਦੇ ਵਿੱਚ ਆਪਣਾ ਸਾਰਾ ਕੰਪਲੀਟ ਫੁੱਲ ਫਲੈਜ ਪੈਕੇਜ ਹੋਵੇਗਾ, ਠੀਕ ਹੈ ਨਾ। ਸੋ ਇਹਦੇ ਰਿਗਾਰਡਿੰਗ ਜੇਕਰ ਦੋਨੋਂ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ, ਬਟ ਇਹ ਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਵੀ ਜਸਟ ਵਿਦਨ 1 ਵੀਕ ਤੁਸੀਂ ਬਹੁਤ ਜ਼ਿਆਦਾ ਕੌਨਫੀਡੈਂਟ ਫੀਲ ਕਰੋਗੇ। ਤੁਹਾਨੂੰ ਮਤਲਬ ਆਪਦੇ ਅੰਦਰੋਂ ਹੀ ਸਾਨੂੰ ਆਵਾਜ਼ਾਂ ਨਿਕਲਣਗੀਆਂ ਵੀ ਇਸ ਵਾਰ ਟੌਪ 100 ਦੇ ਵਿੱਚ ਹਰ ਹਾਲ ਦੇ ਵਿੱਚ ਆਪਾਂ ਆਉਣਾ ਹੀ ਆਉਣਾ। ਪੇਪਰ ਕਰੈਕ ਕਰਨਾ, ਮੈਰਿਟ 'ਚ ਆਉਣਾ, ਉਹ ਤਾਂ ਗੱਲਾਂ ਦੂਰ ਦੀਆਂ। ਇੰਨਾ ਕੌਨਫੀਡੈਂਸ ਬੂਸਟ ਅਪ ਹੋਊਗਾ, ਕਿਉਂਕਿ ਆਫਟਰ ਆਲ ਇਹ ਸਿਲੈਕਸ਼ਨ ਕਿੱਟ ਹੈ ਤਾਂ ਸਿਲੈਕਸ਼ਨ ਤਾਂ ਲੈਣੀ ਹੈ। ਫਿਰ ਆਪਾਂ ਫਿਰ ਆਪਣੇ ਇੱਕ ਹੋਰ ਬਹੁਤ ਪਿਆਰੀ ਇਨਫੋਰਮੇਸ਼ਨ ਹੈ ਵੀ ਜੋ ਬੱਚੇ ਆਪਣੇ ਤੋਂ ਆਫਲਾਈਨ ਤਿਆਰੀ ਕਰਨਾ ਚਾਹੁੰਦੇ ਆ ਤਾਂ ਇਹ ਬੱਚੇ ਫਿਰ ਆਪਣਾ ਬੈਚ ਸਟਾਰਟ ਹੋਣ ਜਾ ਰਿਹਾ ਹੈ 25 ਅਕਤੂਬਰ। ਇਹ ਵੀ ਤੁਸੀਂ ਆਪਦੇ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਸ਼ੇਅਰ ਕਰੋ, ਖਾਸ ਕਰਕੇ ਜੋ ਇੱਥੇ ਆਪਣੇ ਆਸੇ-ਪਾਸੇ ਦੇ ਸਟੂਡੈਂਟ ਹੈ ਉਹ ਆਫਲਾਈਨ ਪੜ੍ਹਨਾ ਚਾਹੁੰਦੇ ਹੈ ਤਾਂ ਉਹਨਾਂ ਕੋਲੇ ਮਤਲਬ ਇੱਕ ਪ੍ਰੋਪਰ ਇੱਕ ਟੌਪ ਕਲਾਸ ਟੀਮ ਨਹੀਂ ਮਿਲਦੀ ਵੀ ਇੱਕ ਨਾ ਇੱਕ ਦੋ ਸਬਜੈਕਟਾਂ ਦੀ ਕਮੀ ਹਰ ਇੱਕ ਇੰਸਟੀਚਿਊਟ 'ਚ ਪਾਈ ਜਾਂਦੀ ਹੈ। ਸੋ ਇਹ ਸਮੱਸਿਆ ਦਾ ਹੱਲ ਬੱਚੋ ਫਾਈਨਲੀ ਹੋ ਚੁੱਕਿਆ, क्योंकि बार बार कह रहे हैं इंग्लिश तो लैके आप पंजाबी, कंप्यूटर तो लैके जीके, मैथ तो लैके रीजनिंग, ईच एंड एवरी सैक्शन पूरा टॉप क्लास करवाया जाऊगा बच्चों। ये ऑफलाइन बैच अपना 4 महीनों का होंगे। अगेन इहदे रिगार्डिंग भी जेकर कोई इन्फॉर्मेशन लैनी है तो तुसीं इस नंबर ते कॉल कर सकते हो। सो ऑनलाइन दे लई तुसीं ज्वाइन करना कोर्स, ये भी ऑनलाइन आप कर सकते हैं, लाइव क्लासां होणगियां। इहदे लई फिर तुसीं अपना भाई प्ले स्टोर ते जाके एक ऐप डाउनलोड करनी है, रुपिंदर सिद्धू अकैडमी। अगेन इस नंबर ते फिर कॉल कर सकते हो। कॉल करने की जरूरत भी है नहीं, जिन्ने बारी मैं कहता सुन। कॉल क्यों करना है, जो तुसी ऐप डाउनलोड करोगे तो नीचे बच्चों चैट्स लिखा होंगे, चैट्स दे विच तुसी साडे नाल आपदा दुख दर्द साझा कर सकते हो, साडे टीम मैंबर तुहानूं रिप्लाई करेगी। जिन्हां बच्चों कोले आईफोन है वो डाउनलोड करनगे क्लास प्लस, ते तुहाडा कोड मंगिया जाऊगा तो तुसी आ कोड बच्चों अपना करना है फिल, ठीक है ना। कापी पेन कर लो आपदी तैयार, ते वर्ल्ड बैंक होने जा रही है स्टार्ट। चलो फिर करो इंजॉय। ते अज आपां दो बहुत ही इंपॉर्टेंट वर्ल्ड इंस्टीट्यूशंस डिस्कस करन जा रहे हैं थॉरली, बिकॉज इहदे विचों सवाल एग्जाम च हर हाल च फ्रेम हुंदा ही हुंदा है। करंट अफेयर ਦੇ ਵਿੱਚ ਇਹ ਦੋਨੋਂ ਬਾਡੀ ਸਭ ਤੋਂ ਜ਼ਿਆਦਾ ਵਰਤੋਂ ਵਿੱਚ ਹੁੰਦੀਆਂ, ਤਾਂ ਬੱਚੇ ਬਹੁਤ ਕਨਫਿਊਜ਼ ਹੁੰਦੇ ਆ ਵੀ ਵਰਲਡ ਬੈਂਕ ਕੀ ਚੀਜ਼ ਹੈ ਤੇ IMF ਕੀ ਚੀਜ਼ ਹੈ। ਸੋ ਇਹ ਦੋਨੇ ਚੀਜ਼ਾਂ ਅੱਜ ਦੀ ਕਲਾਸ 'ਚ ਆਪਾਂ ਬੱਚੋ ਡਿਸਕਸ ਕਰਨ ਜਾ ਰਹੇ ਹਾਂ, ਠੀਕ ਹੈ ਨਾ। ਸੋ ਇਹ ਇੱਕ ਹਿਸਾਬ ਨਾਲ ਦੋਨੇ ਬਾਡੀਜ਼ ਆਪਾਂ ਕਹਿ ਸਕਦੇ ਹਾਂ
ਵੀ ਟੈਕਨੀਕਲ ਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਾਂ ਨੇ। ਹੁਣ ਕੀ ਚੀਜ਼ ਹੈ, ਇਹ ਕਿਉਂ ਬਣੀਆਂ, ਕਿੱਥੇ ਬਣੀਆਂ, ਉਹ ਤਾਂ ਸਾਰੇ ਬੱਚਿਆਂ ਦੀ ਗੇਮ ਹੈ, ਮਿੰਟੋ ਮਿੰਟ ਹੀ ਆਪਾਂ ਰਿਵਾਈਜ਼ ਕਰ ਲਾਂਗੇ। ਬਟ ਥੋੜਾ ਜਿਹਾ ਆਪਾਂ ਇਹਦਾ ਬੈਕਗਰਾਉਂਡ ਤਿਆਰ ਕਰਦੇ ਹਾਂ। ਇਹ ਬਾਡੀਜ਼ ਬਣਨ ਦਾ ਮੇਨ ਕਾਰਨ ਕੀ ਹੈ? ਸਭ ਨੂੰ ਪਤਾ ਹੈ ਸੈਕਿੰਡ ਵਰਲਡ ਵਾਰ ਹੋਇਆ ਸੀ ਬੱਚੋ, ਜਿਹਦਾ ਟਾਈਮ ਪੀਰੀਅਡ ਆਪਣਾ ਕੀ ਸੀਗਾ 1939 ਤੋਂ ਲੈ ਕੇ 1945। ਤੁਹਾਨੂੰ ਪਤਾ ਕਿਤੇ ਇਹਦਾ ਫਿਰ ਹੀ ਵਰਲਡ ਵਾਰ ਹੈ। ਜੇ ਘਰੇ ਵੀ ਨਿੱਕੀ ਮੋਟੀ ਲੜਾਈ ਹੋ ਜਾਏ ਤਾਂ ਬੜਾ ਨੁਕਸਾਨ ਹੋ ਜਾਂਦਾ ਹੁੰਦਾ ਹੈ, ਬੰਦਾ ਆਪੇ ਚਾ ਕੇ ਬਹੁਤ ਨੁਕਸਾਨ ਕਰਕੇ ਬੈਠ ਜਾਂਦਾ ਹੈ, ਫਿਰ ਬਾਅਦ 'ਚ ਨੂੰ ਪਤਾ ਬੰਦਾ ਵੀ ਮਤਲਬ ਕੀ ਹੈ ਕੱਚਾ ਜਿਹਾ ਹੁੰਦਾ ਫਿਰਦਾ। ਇਹ ਤਾਂ ਫਿਰ ਵੀ ਵਰਲਡ ਵਾਰ ਹੈ, ਇਹਦੇ ਵਿੱਚ ਭਾਰੀ ਜਾਨ ਮਾਲ ਦਾ ਨੁਕਸਾਨ ਹੋ ਗਿਆ। ਇੰਨਾ ਜਿਵੇਂ ਆਪਾਂ ਅੰਗਰੇਜ਼ੀ ਕਹਿ ਦਿੰਦੇ ਹਾਂ ਮੈਨ ਮਨੀ ਮਟੀਰੀਅਲ, ਇਹ ਬੁਰੇ ਤਰੀਕੇ ਨਾਲ ਨਸ਼ਟ ਹੋ ਗਿਆ ਸੈਕਿੰਡ ਵਰਲਡ ਵਾਰ 'ਚ। ਜਿਵੇਂ ਜਿਵੇਂ ਵਰਲਡ ਵਾਰ ਖਤਮ ਹੁੰਦਾ ਗਿਆ ਉਵੇਂ ਉਵੇਂ ਬੱਚੋ ਦੁਨੀਆ ਖਤਮ ਹੁੰਦੀ ਗਈ। ਦੁਨੀਆ ਦੀਆਂ ਇਕਾਨਮੀਆਂ ਹਿੱਲ ਗਈਆਂ, ਤਬਾਹ ਹੋ ਗਈਆਂ, ਜਮਾ ਮੁਲਕ ਨੰਗ ਭੂਤਨੀ ਤੰਗ ਹੋ ਗਏ। ਵੈਸੇ ਤਾਂ ਚੱਲਿਆ 45 ਤੱਕ, ਬਟ 44 ਤੱਕ ਸਾਰੇ ਮੁਲਕਾਂ ਦਾ ਦਿਵਾਲਾ ਨਿਕਲ ਚੁੱਕਿਆ ਸੀ। ਐਂ ਪਤਾ ਲੱਗ ਗਿਆ ਸੀ ਕਿ ਦੁਨੀਆ ਤਾੜੀ ਗਈ, ਹੁਣ ਨਹੀਂ ਆਪਾਂ ਪੈਰ ਲਾ ਸਕਦੇ, ਹੁਣ ਨਹੀਂ ਆਪਣੇ ਮੁਲਕ ਇਹ ਸਸਟੇਨ ਕਰ ਸਕਦੇ, ਹੁਣ ਨਹੀਂ ਇਹ ਮੁਲਕ ਆਪਦੇ ਲੋਕਾਂ ਦਾ ਢਿੱਡ ਭਰ ਸਕਦੇ ਵੀ ਲੜ ਦੋ ਹੋਰ ਬੈਠਣਾ। ਬਥੇਰਾ ਕਿਹਾ ਸੀ ਸ਼ਾਂਤਮਈ ਮਾਹੌਲ ਬਣਾ ਕੇ ਰੱਖ ਲਓ ਓਏ, ਫਸਟ ਵਰਲਡ ਵਾਰ 'ਚ ਬਥੇਰਾ ਕੁਛ ਆਪਾਂ ਚੱਲ ਲਿਆ ਸੀਗਾ, ਨਹੀਂ ਮੰਨੇ। ਲੀਡਰ ਖਾਨਾ ਆਪਣਾ ਚੀਜ਼ ਹੀ ਇਹੋ ਜਿਹੀ ਹੁੰਦੀ ਹੈ। ਤੇ ਫਾਈਨਲੀ ਫਿਰ ਬੱਚੋ ਇੱਥੇ 1944 ਦੇ ਵਿੱਚ ਦੁਨੀਆ ਭਰ ਦੇ ਲੀਡਰ ਇਕੱਠੇ ਹੋਣ ਜਾ ਰਹੇ ਹੈ। ਇੱਕ ਆਪਣਾ ਸ਼ਹਿਰ ਹੋਊਗਾ ਅਮਰੀਕਾ ਦਾ, ਉਹ ਸ਼ਹਿਰ ਬੱਚੋ ਹੈਗਾ ਬ੍ਰੈਟਨ ਵੁੱਡ। ਬ੍ਰੈਟਨ ਵੁੱਡ ਇੱਕ ਆਪਣਾ ਸ਼ਹਿਰ ਹੈ ਅਮਰੀਕਾ ਦਾ। ਇੱਥੇ ਜੁਲਾਈ ਮਹੀਨੇ ਦੇ ਵਿੱਚ 1944 'ਚ ਦੁਨੀਆ ਭਰ ਦਾ ਲੀਡਰ ਖਾਨਾ ਇਕੱਠਾ ਹੋਣ ਜਾ ਰਿਹਾ ਹੈ। ਲਗਭਗ ਕਿਹਾ ਜਾਂਦਾ ਕਿਤਾਬਾਂ ਤੇ 700 ਪਲੱਸ ਬੰਦੇ ਇਕੱਠੇ ਹੋਣਗੇ, ਜਿੱਥੇ ਇਹ ਕੋਈ ਰਣਨੀਤੀ ਬਣਾਉਣਗੇ ਵੀ ਆਪਾਂ ਆਪਦੇ ਆਪ ਨੂੰ ਫਾਈਨੈਂਸ਼ੀਅਲ ਸਟੇਬਲ ਕਿਵੇਂ ਕਰੀਏ। ਆਪਾਂ ਹੁਣ ਦੁਬਾਰੇ ਜਿਹੜੀਆਂ ਦੁਨੀਆ 'ਚ ਇਕਾਨਮੀਆਂ ਤਬਾਹ ਹੋ ਚੁੱਕੀਆਂ, ਮੁਲਕ ਤਬਾਹ ਹੋ ਚੁੱਕੇ ਹੈ, ਉਹ ਦੁਬਾਰੇ ਆਪਾਂ ਰੀਕਨਸਟਰਕਟ ਕਿਵੇਂ ਕਰੀਏ, ਵੀ ਆਪਾਂ ਮੁਲਕ ਨੂੰ ਰੀਬਿਲਡ ਕਿਵੇਂ ਕਰੀਏ। ਰੀਕਨਸਟਰਕਸ਼ਨ ਤੇ ਰੀਬਿਲਡਿੰਗ ਪ੍ਰੋਸੈਸ ਨੂੰ ਲੈ ਕੇ ਬ੍ਰੈਟਨ ਵੁੱਡ ਸ਼ਹਿਰ ਹੈ ਅਮਰੀਕਾ ਦਾ, ਇੱਥੇ ਸਾਰੇ ਇਕੱਠੇ ਹੋਣ ਜਾ ਰਹੇ ਹੈ। ਸੋ ਫਾਈਨਲੀ ਫਿਰ ਇੱਥੋਂ ਦੋ ਬਾਡੀਆਂ ਨਿਕਲ ਕੇ ਆ ਰਹੀਆਂ ਬੱਚੋ, ਇੱਕ ਦਾ ਨਾਮ ਵਰਲਡ ਬੈਂਕ ਹੈ, ਇੱਕ ਦਾ ਨਾਮ IMF ਹੈ। ਤੇ ਪੇਪਰ ਵਾਲਾ ਕਈ ਵਾਰ ਸਵਾਲ ਇਹੀ ਪਾ ਦਿੰਦਾ ਹੈ ਵਰਲਡ ਬੈਂਕ ਤੇ IMF, ਇਹ ਦੋਨਾਂ ਨੂੰ ਆਪਾਂ ਕੀ ਬੋਲਦੇ ਆ ਬੱਚੋ? ਇਹ ਦੋਨਾਂ ਨੂੰ ਆਪਾਂ ਬੋਲਦੇ ਆ ਬ੍ਰੈਟਨ ਵੁੱਡ ਟਵਿੰਸ। ਬ੍ਰੈਟਨ ਵੁੱਡ ਸ਼ਹਿਰ ਦਾ ਨਾਮ ਹੈ ਜਿੱਥੇ ਦੁਨੀਆ ਭਰ ਦੇ ਲੀਡਰ ਮਿਲੇ ਸੀ, ਉਹ ਮੀਟਿੰਗ ਹੋਈ ਹੈ, ਉੱਥੋਂ ਫਿਰ ਦੋਨੇ ਬਾਡੀਆਂ ਪੈਦਾ ਹੋਈਆਂ, ਤਾਂ ਹੀ ਫਿਰ ਇਹ ਦੋਨੇ ਜੁੜਵਾ ਭਾਈ ਹੈ ਵਰਲਡ ਬੈਂਕ ਤੇ IMF। ਤੇ ਇਹ ਵੀ ਯਾਦ ਰੱਖਿਓ ਇਹ ਦੋਨੇ ਅਲੱਗ-ਅਲੱਗ ਹੈ। ਬਹੁਤ ਬੱਚੇ ਤਾਂ ਇਹਨੂੰ ਓਵਰਲੈਪ ਹੀ ਕਰ ਦਿੰਦੇ ਆ, ਜਿੱਥੇ ਜੀ ਕਰਦਾ ਵਰਲਡ ਬੈਂਕ ਕਹਿ ਦਿੰਦੇ ਆ, ਜਿੱਥੇ ਜੀ ਕਰਦਾ IMF ਕਹਿ ਦਿੰਦੇ ਆ। ਦੋਨਾਂ ਦੇ ਕਿੰਨੇ ਕਿੰਨੇ ਮੈਂਬਰ ਹੈ? 199 ਮੈਂਬਰ 189 ਵਰਲਡ ਬੈਂਕ ਦੇ ਹੈ, IMF ਦੇ 190 ਹੈ। ਦੋਨਾਂ ਦਾ ਹੈੱਡਕੁਆਰਟਰ ਵਾਸ਼ਿੰਗਟਨ ਦੇ ਵਿੱਚ ਹੈ। ਇਹ ਸਾਰੇ ਫੈਕਟ ਤਾਂ ਆਪਾਂ ਦੇਖਣੇ ਆ। ਹੁਣ ਆਪਣਾ ਮੇਨ ਮੁੱਦਾ ਇਹ ਪੈਦਾ ਹੋ ਗਿਆ ਵੀ ਇਹ ਦੋ ਬਾਡੀਆਂ ਫਿਰ ਅਲੱਗ-ਅਲੱਗ ਕਿਉਂ ਬਣਾਤੀਆਂ ਯਾਰ? ਇੱਕ ਵਰਲਡ ਬੈਂਕ ਹੈ, ਇੱਕ IMF ਹੈ। ਇਹ ਸਾਰਾ ਬਸ ਮੈਂ ਪਹਿਲਾਂ ਕਰਕਸ ਖਤਮ ਹੀ ਕਰ ਦੇਣਾ, ਜਿਵੇਂ ਕਲਾਸ ਦਾ ਕਹਿੰਦੇ ਵੀ ਤੰਤ ਖਤਮ ਹੀ ਹੋ ਜੂ ਬਸ 5 ਮਿੰਟਾਂ ਦੇ ਵਿੱਚ। ਵਰਲਡ ਬੈਂਕ ਦਾ ਬੱਚੋ ਮੇਨ ਕੰਮ ਹੁੰਦਾ ਹੈ ਵੀ ਇਹਨਾਂ ਨੇ ਲੋਨ ਵਗੈਰਾ ਪ੍ਰੋਵਾਈਡ ਕਰਾਉਣੇ ਹੈ। ਫਿਰ ਤੁਸੀਂ ਕਹੋਗੇ ਸਰ ਜੀ IMF ਵੀ ਲੋਨ ਹੀ ਦਿੰਦੀ ਹੈ, ਇਹ ਕਿਹੜਾ ਕਣਕ ਦਿੰਦੀ ਹੈ ਵੀ ਆਟਾ ਪਿਆ ਲਿਓ? ਇਹ ਵੀ ਲੋਨ ਹੀ ਦਿੰਦੇ ਹੈ ਤੇ ਆ ਵੀ ਲੋਨ ਹੀ ਦਿੰਦੇ ਹੈ। ਤੈਨੂੰ ਵਾਟ ਇਜ਼ ਦਾ ਫਰਕ? ਵਰਲਡ ਬੈਂਕ ਬੱਚੋ ਉਹਨਾਂ ਪ੍ਰੋਜੈਕਟਾਂ ਨੂੰ ਸਪੋਰਟ ਕਰਦਾ ਹੈ ਜਿਹੜੇ ਪ੍ਰੋਜੈਕਟ ਬੇਸਿਕਲੀ ਡਿਵੈਲਪਮੈਂਟ ਦੇ ਲਈ ਹੁੰਦੇ ਆ, ਜਿਹੜਾ ਮੁਲਕ ਤਰੱਕੀ ਕਰਨਾ ਚਾਹੁੰਦਾ ਹੈ। ਹੁਣ ਤੁਸੀਂ ਕਰੰਟ ਅਫੇਅਰ 'ਚ ਪੜ੍ਹਦੇ ਹੋਵੋਗੇ ਵੀ ਵਰਲਡ ਬੈਂਕ ਨੇ ਆਪਣੀ ਇੰਡੀਆ ਨੂੰ ਫਲਾਨੀ ਰੇਲਵੇ ਦੇ ਲਈ ਕੰਸਟਰਕਟ ਕਰਨ ਦੇ ਲਈ ਇੰਨਾ ਬਿਲੀਅਨ ਡਾਲਰ ਲੋਨ ਦੇਤਾ, ਵੀ ਆਪਾਂ ਡੈਮ ਬਣਾਉਣ ਦੇ ਲਈ ਆਹ ਲੋਨ ਦੇਤਾ, ਫਲਾਨਾ ਨੈਸ਼ਨਲ ਹਾਈਵੇ ਪ੍ਰੋਜੈਕਟ ਦੇ ਲਈ ਆਹ ਲੋਨ ਦੇਤਾ। ਵੀ ਵਰਲਡ ਬੈਂਕ ਦਾ ਮੇਨ ਕੰਮ ਇਹ ਹੈ ਵੀ ਦੁਨੀਆ ਤਰੱਕੀ ਕਰੇ, ਦੁਨੀਆ ਤਰੱਕੀ ਕਰੂਗੀ ਤਾਂ ਗਰੀਬੀ ਖਤਮ ਹੋਊਗੀ, ਪਾਵਰਟੀ ਖਤਮ ਹੋਊਗੀ। ਇਹ ਆਪਾਂ ਇਕੋਨਮੀ ਦੇ ਵਿੱਚ ਕੰਸੈਪਟ ਪੜ੍ਹਦੇ ਵੀ ਹੁੰਦੇ ਆ ਕਿ ਸਰਕਾਰ ਖਰਚਾ ਜ਼ਿਆਦਾ ਤੋਂ ਜ਼ਿਆਦਾ ਕਰੇ, ਵੀ ਸਰਕਾਰ ਨੂੰ ਸਪੋਰਟ ਕਰਦੀ ਆ ਵਰਲਡ ਬੈਂਕ ਵੀ ਖਰਚੇ ਕਰੋ, ਅਸੀਂ ਤੁਹਾਨੂੰ ਲੋਨ ਦੇਣ ਵਾਲੇ ਹੈਗੇ ਆ, ਸਾਨੂੰ ਆਪਦਾ ਹੌਲੀ ਹੌਲੀ ਦੇ ਦਿਓ, ਬਸ ਮੁੱਕਰੇ ਹੋਣਾ, ਕੱਲਾ ਮੋੜ ਦਿਓ, ਕੋਈ ਚੱਕਰ ਵਾਲੀ ਗੱਲ ਨਹੀਂ। ਤੇ ਕੁੱਲ ਮਿਲਾ ਕੇ ਵਰਲਡ ਬੈਂਕ ਦਾ ਕੰਮ ਕੀ ਹੈ ਵੀ ਡਿਵੈਲਪਮੈਂਟ ਪ੍ਰੋਜੈਕਟਾਂ ਨੂੰ ਸਪੋਰਟ ਕਰਨਾ। ਸਟਾਰਟਿੰਗ ਦੇ ਵਿੱਚ ਕੰਮ ਇਹਦਾ ਜਦੋਂ ਬਣੀ ਸੀ 44 ਦੇ ਵਿੱਚ, ਉਦੋਂ ਬਸ ਰੀਕਨਸਟਰਕਟ ਕਰਨਾ ਸੀਗਾ ਦੁਨੀਆ ਨੂੰ, ਰੀਕਨਸਟਰਕਟ ਜਿਹੜੀ ਤਬਾਹੀ ਮੱਚੀ ਵੀ ਹੈ ਉਹ ਦੁਬਾਰੇ ਜਿਵੇਂ ਬਿਲਡਿੰਗ ਢਹਿ ਗਈ ਬਿਲਡਿੰਗ ਬਣਾਉਣੀ। ਹੌਲੀ ਹੌਲੀ ਫਿਰ ਇਹਦਾ ਮੁੱਦਾ ਕੀ ਬਣ ਗਿਆ? ਡਿਵੈਲਪਮੈਂਟ ਦਾ ਬਣ ਗਿਆ। ਤੇ IMF ਦਾ ਮੇਨ ਮੁੱਦਾ ਕੀ ਹੈ? IMF ਦਾ ਮੇਨ ਕੰਮ ਹੈ ਵੀ ਜਿਹੜੇ ਮੁਲਕਾਂ ਦੇ ਵਿੱਚ ਫਾਈਨੈਂਸ਼ੀਅਲ ਸਟੇਬਿਲਿਟੀ ਆ ਗਈ, ਜਿਹਨੂੰ ਆਪਾਂ ਕਹਿੰਦੇ ਆ ਟਿਪੀਕਲ ਜੇ ਵਰਡ ਆਪਾਂ ਯੂਜ਼ ਕਰਨਾ ਹੋਵੇ ਬੈਲੈਂਸ ਆਫ ਪੇਮੈਂਟ ਕ੍ਰਾਈਸਿਸ, ਜਿਵੇਂ ਆਪਣੇ ਮੁਲਕ ਦੇ ਵਿੱਚ ਆ ਗਈ ਨਾ ਬੈਲੈਂਸ ਆਫ ਪੇਮੈਂਟ ਕ੍ਰਾਈਸਿਸ,
1991 ਦੇ ਵਿੱਚ ਆਪਣੇ ਇੰਡੀਆ ਦੇ ਕੋਲੇ ਫੋਰਨ ਐਕਸਚੇਂਜ ਰਿਜ਼ਰਵ, ਬਹੁਤ ਧਿਆਨ ਨਾਲ ਸੁਣਨਾ, ਤੁਹਾਨੂੰ ਮੈਂ ਇੱਕ ਐਗਜ਼ਾਮਪਲ ਲੈ ਕੇ ਸਮਝਾ ਰਿਹਾ। 1991 ਦੇ ਵਿੱਚ ਇੰਡੀਆ ਦੇ ਕੋਲੇ ਫੋਰਨ ਐਕਸਚੇਂਜ ਰਿਜ਼ਰਵ ਦੇ ਵਿੱਚ ਸਿਰਫ ਇੰਨਾ ਕੁ ਮਾਲ ਰਹਿ ਗਿਆ, ਇੰਨਾ ਕੁ ਮਨੀ ਰਹਿ ਗਿਆ ਵੀ ਬਾਹਰੋਂ ਜਿਹੜਾ ਇੰਪੋਰਟ ਆਪਾਂ ਸਮਾਨ ਕਰਦੇ ਆਂ ਉਹ ਬਸ 15 ਦਿਨ ਤੱਕ ਹੀ ਕਰ ਸਕਦੇ ਆਂ। ਉਸ ਤੋਂ ਬਾਅਦ ਮੁਲਕ ਖਤਮ ਹੋਣ ਦੇ ਕੰਢੇ ਤੇ ਪਹੁੰਚ ਗਿਆ ਸੀ, ਕੰਗਾਲ ਹੋ ਗਿਆ ਸੀ ਮੁਲਕ ਆਪਣਾ। ਫੋਰਨ ਐਕਸਚੇਂਜ ਰਿਜ਼ਰਵ ਦਾ ਮਤਲਬ ਕੀ ਹੁੰਦਾ ਬੱਚੋ, ਜਿਹਦੇ ਵਿੱਚ ਆਪਣੇ ਕੋਲੇ ਹਾਰਡ ਕਰੰਸੀ ਹੁੰਦੀ ਹੈ, ਜਿਵੇਂ ਡਾਲਰ ਹੋ ਗਿਆ, ਪਾਉਂਡ ਹੋ ਗਿਆ, ਯੈਨ ਹੋ ਗਿਆ, ਇਹਨੂੰ ਆਪਾਂ ਕੀ ਬੋਲਦੇ ਹਾਂ, ਹਾਰਡ ਕਰੰਸੀ ਕਹਿੰਦੇ ਆ ਆਪਾਂ। ਹਾਰਡ ਕਰੰਸੀ ਦਾ ਬੱਚੋ ਮਤਲਬ ਕੀ ਹੁੰਦਾ, ਹਾਰਡ ਕਰੰਸੀ ਦਾ ਮਤਲਬ ਹੁੰਦਾ ਜਿਵੇਂ ਆਪਣਾ ਰੁਪਈਆ ਹੈ, ਆਪਣਾ ਰੁਪਈਆ ਕੀ ਸੌਫਟ ਕਰੰਸੀ ਹੈ। ਹੁਣ ਜੇ ਮੰਨ ਲਓ ਬਾਹਰੋਂ ਆਪਾਂ ਤੇਲ ਇੰਪੋਰਟ ਕਰਨਾ ਆਪਣੇ ਮੁਲਕ ਨੇ ਤਾਂ ਉਹ ਰੁਪਈਆ ਥੋੜੀ ਲੈਣਗੇ, ਰੁਪਈਆ ਤਾਂ ਬਾਹਰਲੀ ਦੁਨੀਆ ਚੱਲਦਾ ਹੀ ਨਹੀਂ, ਬਾਹਰਲੀ ਮਾਰਕੀਟ ਦੇ ਵਿੱਚ ਜਿਹੜੀ ਕਰੰਸੀ ਚੱਲਦੀ ਨਹੀਂ ਉਹਨੂੰ ਆਪਾਂ ਕਹਿੰਦੇ ਆ ਸੌਫਟ ਕਰੰਸੀ। ਤੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਪੈਸੇ ਨਾਲ ਆਪਾਂ ਲੈਣ ਦੇਣ ਕਰ ਸਕਦੇ ਆ ਉਹਨੂੰ ਕਹਿੰਦੇ ਆਪਾਂ ਹਾਰਡ ਕਰੰਸੀ। ਤਾਂ ਆਪਣਾ ਆਹ ਮੁਲਕ ਦੇ ਵਿੱਚ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਇੰਡੀਆ ਕੋਲੇ 500 ਬਿਲੀਅਨ ਡਾਲਰ ਪਿਆ, ਅੱਜ ਵਾਧੂ ਪਿਆ, ਅੱਜ ਤਾਂ ਅੱਜ ਨਹੀਂ ਪੈਸਾ ਆਪਣੇ ਕੋਲੇ ਮੁੱਕਦਾ, ਡਾਲਰਾਂ 'ਚ ਢੇਰ ਲਾਈ ਬੈਠੇ ਆ ਆਪਾਂ ਪੈਸੇ ਦਾ, ਤੇ ਕੁੱਲ ਮਿਲਾ ਕੇ ਇਹ ਖਤਮ ਹੋ ਗਿਆ ਸੀ। ਸੋ ਇਹਨੂੰ ਆਪਾਂ ਕਹਿੰਦੇ ਆ ਬੈਲੈਂਸ ਆਫ ਪੇਮੈਂਟ ਕ੍ਰਾਈਸਿਸ। ਵੀ ਜਦੋਂ ਫਾਈਨੈਂਸ਼ੀਅਲ ਇਨਸਟੇਬਿਲਿਟੀ ਆ ਜਾਏ ਕਿਸੇ ਮੁਲਕ ਦੇ ਵਿੱਚ ਤਾਂ ਉਹਦੇ ਲਈ ਸਪੋਰਟ ਕਰਦੀ ਹੈ IMF। ਇਹ ਬੇਸਿਕਲੀ ਸਪੋਰਟ ਕਰਦੇ ਸਰਕਾਰਾਂ ਨੂੰ ਵੀ ਤੁਸੀਂ ਹੋਰ ਇਨਫਰਾਸਟ੍ਰਕਚਰ ਬਣਾਓ। ਹੋਰ ਇਨਫਰਾਸਟ੍ਰਕਚਰ ਬਣਾਉਣ ਦਾ ਮਕਸਦ ਕੀ ਹੋਊਗਾ ਕਿ ਹੋਰ ਰੁਜ਼ਗਾਰ ਪੈਦਾ ਕਰੋ। ਹੋਰ ਰੁਜ਼ਗਾਰ ਪੈਦਾ ਹੋਣ ਦਾ ਕੀ ਹੈ, ਲੋਕਾਂ ਨੂੰ ਕੰਮ ਮਿਲੂਗਾ, ਕੰਮ ਮਿਲੂਗਾ ਤਾਂ ਕੀ ਹੋਊਗਾ ਬੱਚੋ, ਗਰੀਬੀ ਘਟੂਗੀ, ਪਾਵਰਟੀ ਖਤਮ ਕਰਨੀ ਆਪਾਂ। ਸੋ ਇਹ ਪਾਵਰਟੀ ਖਤਮ ਕਰਨ ਦੇ ਲਈ ਆਪਾਂ ਨੂੰ ਇਨਫਰਾਸਟ੍ਰਕਚਰ ਦੀ ਲੋੜ ਹੈ। ਇਹ ਵਰਲਡ ਬੈਂਕ ਦਾ ਬੇਸਿਕਲੀ ਕੰਮ ਹੈ। ਜੇ ਮਾੜੀ ਮੋਟੀ ਕਨਫਿਊਜ਼ਨ ਹੋ ਗਈ ਤਾਂ ਨੋ ਟੈਨਸ਼ਨ, ਹੁਣ ਮਾੜਾ ਮਾੜਾ ਆਪਾਂ ਪੜ੍ਹਨਾ ਵੀ ਕੀ ਹੈ, ਸਟਾਰਟ ਕਰ ਦਿੰਦੇ ਆ, ਠੀਕ ਹੈ ਨਾ। ਸੋ ਵਰਲਡ ਬੈਂਕ ਬੱਚੋ ਕੀ ਹੈ, ਇਹ ਇੱਕ ਇੰਟਰਨੈਸ਼ਨਲ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈ ਜਿਹੜੇ ਕਿ ਬੱਚੋ ਲੋਨ ਪ੍ਰੋਵਾਈਡ ਕਰਦੀ ਹੈ, ਗ੍ਰਾਂਟਾਂ ਦਿੰਦੀ ਹੈ ਟੂ ਦ ਗਵਰਨਮੈਂਟ ਆਫ ਲੋ ਐਂਡ ਮਿਡਲ ਇਨਕਮ ਕੰਟਰੀਜ਼। ਹੁਣ ਮਤਲਬ ਡਿਵੈਲਪਮੈਂਟ ਦੀ ਲੋੜ ਕਿਹਨੂੰ ਹੁੰਦੀ ਹੈ, ਜਿਹੜੇ ਹਲੇ ਡਿਵੈਲਪਿੰਗ ਕੰਟਰੀਜ਼ ਹੈ। ਜਿਹੜਾ ਆਲਰੇਡੀ ਡਿਵੈਲਪਡ ਕੰਟਰੀ ਹੈ ਉਹਦੀ ਹੋਰ ਡਿਵੈਲਪਮੈਂਟ ਕਰਕੇ ਕੀ ਕਰਨੀ ਹੈ ਆਪਾਂ, ਸਮਝ ਗਏ ਮੇਰੀ ਗੱਲ। ਤਾਂ ਆਪਾਂ ਲਿਖਿਆ ਹੈ ਲੋ ਤੇ ਮਿਡਲ ਇਨਕਮ ਕੰਟਰੀਜ਼ ਫॉर ਇਕਨੋਮਿਕ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ। ਸਟਾਰਟਿੰਗ ਦੇ ਵਿੱਚ ਤਾਂ ਜਦੋਂ ਇਹ ਬਾਡੀ ਬਣੀ ਹੈ 44 ਦੇ ਵਿੱਚ, ਉਦੋਂ ਤਾਂ ਇਹਦਾ ਮੇਨ ਕੰਮ ਸੀ ਰੀਕਨਸਟਰਕਸ਼ਨ ਵਾਲਾ। ਉਹ ਬਾਅਦ ਵਿੱਚ ਫਿਰ ਇਹਨਾਂ ਨੇ ਕੀ ਕੀਤਾ, ਚੇਂਜ ਕੀਤਾ। ਬਾਅਦ ਚ ਇਹਨਾਂ ਨੇ ਕਹਿੰਦੇ ਹੁਣ ਆਪਾਂ ਰੀਕਨਸਟਰਕਸ਼ਨ ਤਾਂ ਕਰ ਲਈ, ਹੁਣ ਆਪਾਂ ਡਿਵੈਲਪਮੈਂਟ ਕਰਦੇ ਹਾਂ। ਤੇ ਵਰਲਡ ਬੈਂਕ ਜਦੋਂ ਆਪਾਂ ਵਰਡ ਬੋਲਦੇ ਹਾਂ, ਇਹ ਸਾਨੂੰ ਮੈਂ ਪਿੱਛੇ ਕਲਾਸਾਂ ਦੇ ਵਿੱਚ ਦੱਸ ਕੇ ਆਇਆ ਆਲਰੇਡੀ। ਵਰਲਡ ਬੈਂਕ ਦਾ ਮਤਲਬ ਹੁੰਦੀਆਂ ਦੋ ਏਜੰਸੀਆਂ ਨੇ, ਇੱਕ ਤਾਂ IBRD ਹੈ, ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ। ਇਹ ਫੁੱਲ ਫਾਰਮਸ ਨੋਟ ਕਰਨੀਆਂ, ਪੇਪਰ ਵਾਲਾ ਆਪਾਂ ਨੂੰ ਬੱਚੋ ਫੁੱਲ ਫਾਰਮ ਹੀ ਪੁੱਛ ਸਕਦਾ। ਫਿਰ IDA ਇੰਟਰਨੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ, ਇਹਨੂੰ ਮਿਲਾ ਕੇ ਆਪਾਂ ਕੀ ਬੋਲਦੇ ਆਂ, ਵਰਲਡ ਬੈਂਕ। ਤੇ ਇਸੇ ਵਰਲਡ ਬੈਂਕ ਦੇ ਪਿੱਛੇ ਜੇਕਰ ਆਪਾਂ ਪਾ ਲਈਏ ਗਰੁੱਪ ਤਾਂ ਉਦੋਂ ਟੋਟਲ ਆ ਜਾਣਗੀਆਂ 5 ਇੰਸਟੀਟਿਊਸ਼ਨਸ। ਉਹ ਪੰਜੇ ਵੀ ਆਪਾਂ ਨੋਟ ਕਰਾਂਗੇ, ਆ ਦੋ ਤਾਂ ਹੀ ਹੋਣਗੇ, ਵੈਸੇ 3 ਆਪਾਂ ਹੋਰ ਐਡ ਕਰ ਲਾਂਗੇ, ਠੀਕ ਹੈ ਨਾ। ਚਲੋ ਫਿਰ ਹੁਣ ਆਪਾਂ ਦੇਖਦੇ ਹਾਂ ਕਦੋਂ ਬਣੀ ਹੈ। ਫਾਊਂਡਡ ਇਨ ਜੁਲਾਈ 1944, ਜੁਲਾਈ 1944। ਤੇ ਨਾਲ ਬੱਚੋ ਇਹ ਵੀ ਯਾਦ ਰੱਖ ਲਿਓ ਇਹ ਜੁਲਾਈ 44 ਚ ਬਣੀ ਹੈ, ਬਟ ਇਹਨੇ ਕੰਮ ਸਟਾਰਟ ਕੀਤਾ ਦਸੰਬਰ 1945 ਦੇ ਵਿੱਚ। ਇਹ ਡਿਪੈਂਡ ਕਰਦਾ ਹੈ ਐਗਜ਼ਾਮੀਨਰ ਕੁਐਸਚਨ ਕਿਸ ਵਰਡਿੰਗ ਦੇ ਨਾਲ ਫਰੇਮ ਕਰਦਾ ਹੈ। ਜੇ ਤਾਂ ਸਿੰਪਲ ਆਪਸ਼ਨ ਚ ਆ ਗਿਆ ਵੀ ਕਦੋਂ ਬਣੀ ਹੈ, ਆਪਾਂ ਟਿਕ ਲਾ ਦੇਣਾ ਜੁਲਾਈ 44 ਚ ਬਣੀ ਹੈ। ਉਹੀ ਬ੍ਰੈਟਨ ਵੁੱਡ ਚ ਕਾਨਫਰੰਸ ਹੋਈ ਸੀ, ਤੁਹਾਨੂੰ ਅੱਗੇ ਲਿਖਾਉਂਗਾ ਕਾਨਫਰੰਸ ਬਾਰੇ। ਤੇ ਕੰਮ ਸਟਾਰਟ ਕਦੋਂ ਕੀਤਾ, ਦਸੰਬਰ 45 ਦੇ ਵਿੱਚ। ਤੇ ਇਹਦਾ ਬੱਚੋ ਹੈੱਡਕੁਆਟਰ ਕਿੱਥੇ ਹੈ, ਵਾਸ਼ਿੰਗਟਨ ਦੇ ਵਿੱਚ। ਤੇ ਵਰਲਡ ਬੈਂਕ ਆ ਦੇਖੋ ਇਕੱਠੇ ਬਣਿਆ ਦੋਨੇ। ਵਰਲਡ ਬੈਂਕ ਵਾਸ ਸੈਟ ਅਪ ਅਲੋਂਗ ਵਿਦ IMF ਇੰਟਰਨੈਸ਼ਨਲ ਮੋਨਿਟਰੀ ਫੰਡ ਆਫਟਰ ਸੈਕੰਡ ਵਰਲਡ ਵਾਰ। ਕਾਦੇ ਵਾਸਤੇ, ਟੂ ਅਸਿਸਟ ਇਨ ਦ ਰੀਕਨਸਟਰਕਸ਼ਨ ਆਫ ਦ ਵਾਰ। ਵੀ ਜਿਹੜਾ ਭਾਈ ਤਬਾਹੀ ਮੱਚੀ ਹੈ, ਜਿਹੜੀ ਆਪਣੇ ਨੁਕਸਾਨ ਹੋਇਆ ਜਾਨ ਮਾਲ ਦਾ, ਉਹਨੂੰ ਹੁਣ ਆਪਾਂ ਕੀ ਇਹਦੀ ਭਰਪਾਈ ਕਰਨੀ ਹੈ, ਉਹਨੂੰ ਆਪਾਂ ਰੀਕਨਸਟਰਕਟ ਕਰਨਾ ਹੈ। ਇਹ ਸਿੰਪਲ ਜੀ ਗੱਲ ਹੈ। ਤੇ ਇਹਦੇ ਲਈ ਫਿਰ ਕੀ ਕਰਨਗੇ ਬੱਚੋ, ਦ ਬ੍ਰੈਟਨ ਵੁੱਡ ਕਾਨਫਰੰਸ ਬੁਲਾਉਣਗੇ। ਵੈਸੇ ਤਾਂ ਬ੍ਰੈਟਨ ਵੁੱਡ ਕਾਨਫਰੰਸ ਕਹਿਣਾ ਗਲਤ ਹੈ ਕਿਉਂਕਿ ਇਹ ਸ਼ਹਿਰ ਦੇ ਨਾਮ ਤੇ ਰੱਖ ਦੇਣਾ ਬ੍ਰੈਟਨ ਵੁੱਡ। ਅਸਲ 'ਚ ਇਹਦਾ ਕਾਨਫਰੰਸ ਦਾ ਨਾਮ ਕੀ ਸੀਗਾ, ਆਪ ਪੁੱਛ ਸਕਦੇ ਆ, ਨੋਨ ਐਜ਼ ਆਹਾ। ਡਬਲ ਕਾਮੇ 'ਚ ਪਾਉਣਾ ਵਰਡ ਇਹ, ਵੈਸੇ ਮੈਂ ਕਲਰ ਚੇਂਜ ਕਰਨਾ ਸੀਗਾ। UN ਮੋਨੇਟਰੀ ਐਂਡ ਫਾਈਨੈਂਸ਼ੀਅਲ ਕਾਨਫਰੰਸ ਕਹਿੰਦੇ ਆ। ਇਹਨੂੰ ਨੋਟ ਕਰ ਲਓ ਬੱਚੋ, ਇਹਨੂੰ ਨੋਟ ਕਰ ਲਓ। UN ਨੂੰ ਕੀ ਬੋਲਦੇ ਆਪਾਂ, ਮੋਨੇਟਰੀ ਐਂਡ ਫਾਈਨੈਂਸ਼ੀਅਲ। ਮਾੜਾ ਨੋਟ ਕਰੋ ਇੱਕ ਮਿੰਟ ਯਾਰ, ਇਹਦੇ ਨਾਲ ਡਿਸਟਰਬੈਂਸ ਜੀ ਹੋ ਰਹੀ ਹੈ, ਮੈਨੂੰ ਆਪ ਨੂੰ ਇਰੀਟੇਸ਼ਨ ਹੋਈ ਜਾਂਦੀ ਹੈ। ਤੁਸੀਂ ਮਾੜਾ ਇਹਨੂੰ ਨੋਟ ਕਰੋ।
हाँ इनू ऑफ कर दो, वेरी गुड। चलो कर नोट। ब्रैटन वुड बच्चों की कॉन्फ्रेंस है, इनू फॉर्मरली आप की कहते हैं यूएन मॉनेटरी एंड फाइनेंशियल कॉन्फ्रेंस। कितने हुई सी बच्चों, हेल्ड इन ब्रैटन वुड। कितने दिन चली है, 20 दिन चली गई है, 1 ਤੋਂ 22 जुलाई 1944। ਤੇ ਇੱਥੇ ਹੀ ਫਿਰ ਦੋ ਆਰਗੇਨਾਈਜੇਸ਼ਨਾਂ ਜਨਮ ਲੈਣ ਜਾ ਰਹੀਆਂ ਨੇ। ਉਹਨਾਂ ਦਾ ਜਨਮ ਹੋ ਗਿਆ 44 ਦੇ ਵਿੱਚ। ਫਿਰ two organization were agreed to be set up at a conference in Bretton Woods in US that is west bengal ਕਹਿਣ ਲੱਗਿਆ ਸੀ ਓਏ, ਵੈਸੇ ਮੈਂ ਸੋਨੂੰ ਕਹਿਣ ਲੱਗਿਆ ਸੀਗਾ ਵਰਲਡ ਬੈਂਕ ਐਂਡ IMF, ਠੀਕ ਹੈ ਨਾ, ਵਰਲਡ ਬੈਂਕ ਤੇ ਇੰਟਰਨੈਸ਼ਨਲ ਮੋਨੇਟਰੀ ਫੰਡ। ਤੇ ਇੱਥੇ ਦੋ ਥੱਲੇ ਮੈਂ ਮਹਾਨ ਬੰਦੇ ਲਿਖੇ ਹੈ ਵੀ ਰੱਬ ਨਾ ਕਰੇ ਇਹ ਆਈਡੀਆ ਕਿਹਦਾ ਸੀ, ਪੇਪਰ ਸਿੱਧਾ ਪੁੱਛ ਲਿਆ ਵੀ ਫਾਊਂਡਿੰਗ ਫਾਦਰ ਕੌਣ ਹੈ। ਹੁਣ ਐਂ ਤਾਂ ਨਹੀਂ ਆਪਾਂ ਨੂੰ 730 ਬੰਦੇ ਪੁੱਛਣਗੇ ਜਿਹੜੇ ਬ੍ਰੈਟਨ ਵੁੱਡ ਕਾਨਫਰੰਸ ਮਿਲੇ ਹੈ, ਇਹਨਾਂ ਦਾ ਪੇਪਰਾਂ ਨਹੀਂ ਪਤਾ ਹੋਣਾ। ਆ ਪੁੱਛਣਗੇ ਜੌਨ ਮੇਨਾਰਡ ਕੀਨਸ ਐਂਡ ਹੈਰੀ ਡੈਕਸਟਰ ਆਰ ਦ ਫਾਊਂਡਿੰਗ ਫਾਦਰ ਆਫ IMF ਐਂਡ ਵਰਲਡ ਬੈਂਕ। ਵੈਰੀ ਗੁੱਡ, ਇਹ ਪੁਆਇੰਟ ਆਪਾਂ ਰੱਖਣਾ ਹੈ ਯਾਦ। ਫਿਰ ਆ ਸੀ 4 ਆਪਸ਼ਨ ਦੇ ਕੇ ਜਿਹੜਾ ਆਪਾਂ ਨੂੰ ਸਿੱਧਾ ਪੁੱਛਣਗੇ। ਤਾਂ ਕਹਿਣਾ ਹੁਣ ਨਾ ਸਟਾਰਟਿੰਗ ਦੇ 5 ਮਿੰਟ ਬਹੁਤ ਕੀਮਤੀ ਹੁੰਦੇ ਆ। ਸਟਾਰਟਿੰਗ ਦੇ 5 ਮਿੰਟ ਪੂਰੀ ਕੰਸੰਟਰੇਸ਼ਨ ਦੇ ਨਾਲ ਅੱਖਾਂ ਕੱਢ ਕੇ ਸੁਣਿਆ ਕਰੋ। ਆ ਲੈਣ ਕੀ ਲਿਖੀ ਹੈ, ਦ ਮਿਸ਼ਨ ਆਫ ਦੀ ਵਰਲਡ ਬੈਂਕ ਕੀ ਹੈ, ਇਜ਼ ਟੂ ਹੈਵ ਵਰਲਡ ਫ੍ਰੀ ਆਫ ਪਾਵਰਟੀ, ਵੀ ਗਰੀਬੀ ਚੱਕ ਦੇਣੀ ਆ ਬਈ ਓਏ। ਇਹ ਕਿਹਦਾ ਕਨਸੈਪਟ ਹੈ, ਵਰਲਡ ਬੈਂਕ ਦਾ। ਸੋ ਵਰਲਡ ਬੈਂਕ ਦਾ ਮੇਨ ਆਬਜੈਕਟਿਵ ਜੇ ਤੁਹਾਨੂੰ 4 ਆਪਸ਼ਨ ਦੇ ਕੇ ਪੁੱਛਿਆ ਤਾਂ ਆਪਾਂ ਟਿਕ ਲਾਵਾਂਗੇ। IMF ਦਾ ਪੁੱਛਿਆ ਤਾਂ ਉਹ ਜਿਹੜਾ ਫਾਈਨੈਂਸ਼ੀਅਲ ਸਟੇਬਿਲਿਟੀ ਹੈ ਉਹਦਾ ਮੇਨ ਏਮ ਹੈ ਵੀ ਉਹ ਸਿਰਫ ਦੁਨੀਆ ਨੂੰ ਭਾਈ ਸਥਿਰ ਕਰਨਾ ਹੈ ਕਿ ਦੁਨੀਆ ਕਿਤੇ ਵਜ੍ਹਾ ਪਾਗਲ ਨਾ ਹੋ ਜੇ, ਮੁਲਕ ਪਾਗਲ ਨਾ ਹੋ ਜੇ। ਤੇ ਆਹ ਦੇਖੋ ਕਿੰਨਾ ਘੈਂਟ ਏਮ ਹੈ। ਹੁਣ ਗਰੀਬੀ ਖਤਮ ਕਰਨੀ ਹੈ। ਕਹਿੰਦੇ ਜਿਹੜਾ ਬੰਦਾ ਦਿਨ ਦਾ $1.90 ਤੋਂ ਘੱਟ ਕਮਾਉਂਦਾ ਹੈ, ਇਹ ਵਰਲਡ ਬੈਂਕ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਉਹਨੂੰ ਆਪਾਂ BPL ਕਾਊਂਟ ਕਰਦੇ ਹਾਂ, ਬਿਲੋ ਪਾਵਰਟੀ ਲਾਈਨ। ਕਹਿੰਦੇ ਅਸੀਂ ਇਹ ਲੋਕ ਘਟਾ ਦਾਂਗੇ 3% ਤੋਂ ਥੱਲੇ ਲਿਆਵਾਂਗੇ 2030 ਤੱਕ। ਸੋ ਇੰਨੇ ਡਿਵੈਲਪਮੈਂਟਲ ਪ੍ਰੋਜੈਕਟਾਂ ਦੇ ਵਿੱਚ ਵਰਲਡ ਬੈਂਕ ਤਾਂ ਸ਼ਾਮਿਲ ਹੁੰਦਾ ਹੈ ਵੀ ਡਿਵੈਲਪਮੈਂਟ ਕਰੇ, ਮੁਲਕ ਤਰੱਕੀ ਕਰੇ, ਲੋਕਾਂ ਨੂੰ ਰੁਜ਼ਗਾਰ ਪੈਦਾ ਹੋਵੇ, ਲੋਕਾਂ ਨੂੰ ਕੰਮ ਮਿਲੇ ਤਾਂ ਘਰੇ 4 ਛਿੱਲੜ ਆਉਣ ਲੱਗਣ। ਬਸ ਆਹ ਮੇਨ ਆਬਜੈਕਟਿਵ ਹੈ। ਦ ਬੈਂਕ ਗੋਲ ਇਜ਼ ਟੂ ਡਿਕਰੀਜ਼ ਦ ਪਰਸੈਂਟੇਜ ਆਫ ਪੀਪਲ ਲਿਵਿੰਗ ਵਿਦ ਲੈਸ ਦੈਨ, ਵੀ ਜਿਹਦੇ ਕੋਲੇ ਦਿਨ ਦਾ $2 ਵੀ ਨਹੀਂ ਬਣਦਾ, ਵੀ ਉਹ ਕਹਿੰਦਾ ਸੀ ਲੋਕ ਭਾਈ 3% ਤੋਂ ਵੀ ਥੱਲੇ ਘਟਾ ਦਾਂਗੇ 2030 ਤੱਕ। ਇਸ ਨੂੰ ਮੈਂ ਜਮਾਂ ਅੱਜ ਦੀ ਕਲਾਸ ਦੀ ਪੂਰੀ ਚੋਟੀ ਦੀ ਲਾਈਨ ਲਿਖਾਈ ਹੈ, ਆਰਾਮ ਨਾਲ ਵਧੀਆ ਸਕਰੀਨਸ਼ਾਟ ਲੈ ਕੇ ਇਹਨੂੰ ਨੋਟ ਕਰੋ ਰੋਕ ਕੇ, ਠੀਕ ਹੈ ਨਾ। ਚਲੋ ਵੀ ਹੁਣ ਆਪਾਂ ਦੇਖਦੇ ਹਾਂ ਅਗਲਾ ਪੁਆਇੰਟ। ਆ ਉਦੋਂ ਬੜਾ ਡੇਂਜਰ ਰੂਲ ਹੈ ਵੀ ਜੇਕਰ ਤੁਸੀਂ ਮੈਂਬਰ ਬਣਨਾ ਵਰਲਡ ਬੈਂਕ ਦਾ ਬੱਚੋ ਤਾਂ ਪਹਿਲਾਂ ਮੈਂਬਰ ਹੋਣੇ ਚਾਹੀਦੇ ਹੋ IMF ਦੇ। ਇਹ ਸਟਾਰ ਪਾ ਕੇ ਇੱਕ ਰੂਲ ਹੈ, ਸਮਝ ਲਓ ਇੱਕ ਨੇ ਸੰਵਿਧਾਨ 'ਚ ਲਿਖਿਆ ਹੋਇਆ ਹੈ, ਇਹ ਆਰਟੀਕਲ ਹੈ ਇਹਨਾਂ ਦਾ ਵੀ ਇਹ ਭਾਈ ਹੋਣਾ ਜ਼ਰੂਰੀ ਹੈ। ਪਹਿਲਾਂ IMF ਦਾ ਮੈਂਬਰ ਬਣੋ ਦੈਨ ਸਾਡਾ ਮੈਂਬਰ ਬਣ ਸਕਦੇ ਹੋ, ਠੀਕ ਹੈ ਨਾ। ਵੈਰੀ ਗੁੱਡ। ਚਲੋ ਹੁਣ ਆਪਾਂ ਵਿੱਚ ਗੱਲ ਕਰਦੇ ਹਾਂ ਵਰਲਡ ਬੈਂਕ ਗਰੁੱਪ ਦੀ। ਵੈਸੇ ਤਾਂ ਜੇ ਪੁੱਛਿਆ ਵਰਲਡ ਬੈਂਕ ਆਪਾਂ ਕਿਹਨੂੰ ਕਹਿੰਦੇ ਆ, ਆਪਾਂ ਟਿਕ ਲਾ ਦਾਂਗੇ IBRD ਤੇ IDA। ਬਟ ਜੇ ਗਰੁੱਪ ਦੀ ਗੱਲ ਹੋ ਗਈ ਤਾਂ ਗਰੁੱਪ ਬੱਚੋ ਕੀ ਹੈ, ਯਾਦ ਰੱਖਣਾ ਹੈ, ਇਟ ਇਜ਼ ਦਾ ਫੈਮਿਲੀ ਆਫ 5 ਇੰਟਰਨੈਸ਼ਨਲ ਇੰਸਟੀਟਿਊਸ਼ਨ। ਇਹ 5 ਇੰਟਰਨੈਸ਼ਨਲ ਇੰਸਟੀਟਿਊਸ਼ਨਾਂ ਬੱਚੋ ਗਰੁੱਪ ਹੈ, ਜਿਵੇਂ ਕਿ IBRD ਹੋ ਗਿਆ, IDA ਹੋ ਗਿਆ, ਇੰਟਰਨੈਸ਼ਨਲ ਫਾਈਨਾਂਸ ਕਾਰਪੋਰੇਸ਼ਨ ਹੋ ਗਿਆ, ਮਲਟੀਲੈਟਰਲ ਇਨਵੈਸਟਮੈਂਟ ਗਰੰਟੀ ਏਜੰਸੀ। ਕਈ ਵਾਰ ਪੇਪਰ ਵਾਲਾ ਫੁੱਲ ਫਾਰਮ ਪੁੱਛ ਕੇ ਬਹਿ ਜਾਂਦਾ ਹੈ, ਮਲਟੀਲੈਟਰਲ ਇਨਵੈਸਟਮੈਂਟ ਗਰੰਟੀ। ਆ ਗਰੰਟੀ ਦੀ ਜੀ ਵੈਸੇ ਉਹ ਹੋਗੀ ਜਿਹੀ ਜਿਹੀ ਆਪਾਂ ਨੂੰ ਗਰੰਟੀ ਦਿੰਦੇ ਉਹੀ ਜੀ ਪੈਗੀ, ਗਰੰਟੀ ਏਜੰਸੀ, ਠੀਕ ਹੈ ਨਾ। ਇਹ ICSID, ਮਿਗਾ, IBRD। ਚਲੋ ਇਹਨੂੰ ਫੁੱਲ ਫਾਰਮ ਮੈਂ ਅੱਗੇ ਦਿਖਾਊਂਗਾ, ਅੱਗੇ ਲਿਖੀ ਹੋਣਗੀਆਂ ਮੇਰੇ ਹਿਸਾਬ ਨਾਲ। ਮੈਂ IBRD ਹੈ, IDA ਹੈ, IFC ਹੈ, ਮਿਗਾ ਤੇ ICSID। ਵੈਸੇ ਤਾਂ ਨੋਰਮਲ ਟਫ ਤੋਂ ਟਫ ਪੇਪਰ ਸਵਾਲ ਇੱਥੋਂ ਤੱਕ ਹੀ ਬਣ ਜਾਂਦਾ ਹੁੰਦਾ, ਬਟ ਆਪਾਂ ਇਹਨਾਂ ਪੰਜਾਂ ਬਾਰੇ ਅੱਗੇ ਵੀ ਥੋੜਾ ਥੋੜਾ ਦੇਖਦੇ ਹਾਂ ਵੀ ਇਹ ਪੰਜੇ ਕਦੋਂ ਕਦੋਂ ਬਣੇ ਹੈ, ਕੀ ਇਹਦਾ ਕੰਮ ਹੈ, ਕੀ ਇਹਦਾ ਕੰਮ ਹੈ, ਕੀ ਇਹਦਾ ਕੰਮ ਹੈ। ਆਹ ਡਿਸਪਿਊਟ ਦਾ ਵੀ ਕਿਸੇ ਵੀ ਲੜਾਈ ਝਗੜੇ ਦਾ ਹੱਲ ਕੱਢਣ ਵਾਸਤੇ ਬਣਿਆ ਗਿਆ। ਹੁਣ ਬੱਚੇ ਬਥੇਰੇ ਹੁੰਦੇ ਆ ਪੈਸੇ ਲੈ ਕੇ ਮੁੱਕਰ ਜਾਂਦੇ ਆ, ਮੈਂ ਤਾਂ ਨਹੀਂ ਦਿੰਦਾ, ਬੁੱਧਵਾਰ ਨੂੰ ਲੈ ਜੀ, ਵੀਰਵਾਰ ਨੂੰ ਲੈ ਜੀ। ਹੁਣ ਇਹ ਐਂ ਤਾਂ ਚੱਲਦਾ ਨਹੀਂ ਜਿਵੇਂ ਆਪਣੇ ਘਰਾਂ 'ਚ ਚੱਲਦਾ, ਤਾਂ ਇੱਥੇ ਡਿਸਪਿਊਟ ਬਹੁਤ ਪੈਦਾ ਹੁੰਦੇ ਆ। ਫਿਰ
ਪਹਿਲਾਂ ਆਪਾਂ ਪੜ੍ਹਦੇ ਹਾਂ IDA। IDA ਦਾ ਕੰਮ ਆ ਬੱਚੋ, ਇਹ ਵਨ ਆਫ ਦਾ ਲਾਰਜੈਸਟ ਸੋਰਸ ਆਫ ਅਸਿਸਟੈਂਸ ਆ ਫॉर द वर्ल्ड। ਆ ਪੜ੍ਹਨੀ ਹੈ ਲੈਣ ਤਾਂ ਸਿਰੇ ਦੀ। 76 ਪੂਰੈਸਟ ਕੰਟਰੀ। ਇਹ ਸਭ ਤੋਂ ਦੁਨੀਆ ਦੇ ਵਿੱਚ ਜੇਕਰ ਤੁਹਾਨੂੰ 4 ਆਪਸ਼ਨ ਦੇ ਕੇ ਪੁੱਛਿਆ ਸਸਤਾ ਲੋਨ ਕੌਣ ਦਿੰਦਾ, ਆਪਾਂ ਟਿਕ ਲਾਵਾਂਗੇ IDA ਡਿਵੈਲਪਮੈਂਟ ਐਸੋਸੀਏਸ਼ਨ। ਇਹਨੂੰ ਆਪਾਂ ਮਤਲਬ ਕ੍ਰੈਡਿਟ ਦੇ ਨਾਮ ਨਾਲ ਹੀ ਜਾਣਦੇ ਆ, ਸੌਫਟ ਵਿੰਡੋ ਕਹਿ ਦਿੰਦੇ, ਸੌਫਟ ਲੋਨ ਵਿੰਡੋ ਆਪਣੀ ਵਰਲਡ ਬੈਂਕ ਦੀ। ਇਹ ਮਤਲਬ ਕਈ ਵਾਰ ਤਾਂ ਫ੍ਰੀ 'ਚ ਹੀ ਦੇ ਦਿੰਦੇ ਆ, ਪੁਆਇੰਟਾਂ 'ਚ ਵਿਆਜ ਹੁੰਦਾ, 0.2% ਦੇਣਾ ਹੋਇਆ ਦੇ ਦਿਓ, ਤੇ ਕੰਸੈਸ਼ਨਲ ਇੰਨੀ ਭੈੜੀ ਕੰਸੈਸ਼ਨ ਦਿੰਦੇ ਆ ਵੱਡੇ ਵੱਡੇ ਲੌਂਗ ਟਰਮ ਵਾਸਤੇ। ਪੈਸੇ ਦੇ ਕੇ ਭੁੱਲਣ ਵਾਲੀ ਗੱਲ ਹੈ ਵੀ ਕੋਈ ਨਹੀਂ ਮੋੜਦੀ 35 ਸਾਲਾਂ ਬਾਅਦ, 40 45 50 ਸਾਲਾਂ ਬਾਅਦ ਰਿਟਰਨ ਇਹ ਜਿਹੇ ਇਹਨਾਂ ਨੇ ਲੋਨ ਦਿੱਤੇ ਵੇ ਆ IDA ਨੇ। ਹੁਣ ਤੁਸੀਂ ਲਾ ਲਓ ਹਿਸਾਬ, ਇਹ ਲੈਂਡ ਮਨੀ ਔਨ ਕੰਸੈਸ਼ਨਲ ਟਰਮ ਬੱਚੋ। ਤੇ ਕਦੋਂ ਬਣੀ ਸੀ ਬੋਡੀ? 1960 ਦੇ ਵਿੱਚ। ਇਹ ਚੀਜ਼ ਆਪਾਂ ਯਾਦ ਰੱਖਣੀ ਹੈ। ਹੁਣ ਸਿੱਧਾ ਤੁਹਾਨੂੰ 4 ਆਪਸ਼ਨ ਦੇ ਕੇ ਪੁੱਛ ਸਕਦੇ ਆ ਵੀ ਵਰਲਡ ਨੂੰ ਸਭ ਤੋਂ ਸਸਤੇ ਲੋਨ ਕਿਹੜੀ ਬੋਡੀ ਪ੍ਰੋਵਾਈਡ ਕਰਵਾਉਂਦੀ ਹੈ। ਉੱਥੇ ਆਪਸ਼ਨ ਦੇ ਦੇਣਗੇ IBRD, IMF, ਐਂ ਜਾ ਦੇਣਗੇ। ਆਪਾਂ ਟਿਕ ਲਾਵਾਂਗੇ IDA। ਸਮਝ ਗਏ? ਚਲੋ ਵੀ ਫਿਰ ਆਪਣਾ IBRD, ਇਹ ਅਸਲ 'ਚ ਵਰਲਡ ਬੈਂਕ ਦਾ ਨਾਮ ਇਹੀ ਹੈ, ਰੀਜਨਲ ਨਾਮ, ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ। ਇਹ ਫਾਈਨਾਂਸ ਕਰਦੀ ਹੈ ਪ੍ਰੋਜੈਕਟਾਂ ਨੂੰ ਜਿਹੜੇ ਕਿ ਸਰਕਾਰ ਦੁਆਰਾ ਸਟਾਰਟ ਕੀਤੇ ਜਾਂਦੇ ਹੈ। ਆਹੀ ਡਿਫਰੈਂਸ ਹੈ IFC ਨਾਲੋਂ। ਚੱਕ ਬਈ, ਕੱਢਤਾ ਨਿਚੋੜ ਦੋਨੇ ਪੁਆਇੰਟਾਂ ਦਾ। ਮਾੜਾ ਜਿਹਾ ਆਪ ਪੜ੍ਹ ਕੇ ਦੇਖਿਓ। IBRD ਦਾ ਕੀ ਕੰਮ ਹੈ? ਇਹ ਫਾਈਨਾਂਸ ਕਰਦੀ ਹੈ। ਇਹ ਪ੍ਰੋਜੈਕਟ ਉਹਨਾਂ ਪ੍ਰੋਜੈਕਟਾਂ ਨੂੰ ਪੈਸੇ ਦਿੰਦੀ ਹੈ ਜਿਹੜੇ ਪ੍ਰੋਜੈਕਟ ਉੱਥੋਂ ਦੀ ਸਰਕਾਰ ਲੈ ਕੇ ਆਉਂਦੀ ਹੈ with the mandate to increasing the global economic growth and eliminating poverty। ਇਹ ਸਰਕਾਰ ਹੀ ਖਤਮ ਕਰੂਗੀ ਨਾ ਵੀ ਸਮਾਨਤਾ ਤਾਂ ਮੁਲਕ ਦੇ ਵਿੱਚ ਸਰਕਾਰ ਹੀ ਲਿਆ ਸਕਦੀ ਹੈ। ਸੋ ਜਿਹੜੇ ਪ੍ਰੋਜੈਕਟ ਸਰਕਾਰੀ ਹੁੰਦੇ ਹੈ, ਸੋ ਸਰਕਾਰੀ ਪ੍ਰੋਜੈਕਟਾਂ ਦੀ ਹੈਲਪ ਕੌਣ ਕਰਦਾ ਹੈ? IBRD। ਤੇ ਪ੍ਰਾਈਵੇਟ ਸੈਕਟਰ ਵਾਲੇ ਜਿਹੜੇ ਪ੍ਰੋਜੈਕਟ ਹੁੰਦੇ ਆ ਬੱਚੋ, ਉਹਦੇ ਲਈ ਕਿਹੜੀ ਬੋਡੀ ਹੈ? IFC। ਤਾਂ ਕਰਕੇ ਇਹਨੂੰ ਕਹਿ ਦਿੰਦੇ ਆ ਇਹ ਪ੍ਰਾਈਵੇਟ ਸੈਕਟਰ ਆਰਮ ਹੈ ਵਰਲਡ ਬੈਂਕ ਦੀ, ਉਹ ਸਰਕਾਰੀ ਆਰਮ ਹੈ ਵਰਲਡ ਬੈਂਕ ਦੀ। ਇਹ ਦੋਨੇ ਆਰਮਾਂ ਯਾਦ ਰੱਖਿਓ, ਜੇ ਨਾ ਯਾਦ ਰੱਖੀਆਂ ਫਿਰ ਬੜਾ ਵੱਡੂ ਮੈਂ ਕਰਿਆ ਤੁਹਾਡੀਆਂ ਬਾਹਾਂ। IFC is the largest global development institution focused exclusively on private sector in developing countries। ਵੀ ਬਹੁਤ ਪ੍ਰਾਈਵੇਟ ਖਿਡਾਰੀ ਹੁੰਦੇ ਆ ਜਿਵੇਂ ਆਪਣੇ ਅੰਬਾਨੀ ਅਡਾਨੀ ਵਰਗੇ ਆ, ਇਹ ਬਥੇਰੇ ਦੁਨੀਆ 'ਚ ਪ੍ਰੋਜੈਕਟ ਲਾਈ ਜਾਂਦੇ ਆ। ਇਹਨਾਂ ਕੋਲ ਲੋਨ ਲੈਣਾ ਹੋਵੇ, ਕੁਝ ਵੀ ਕਰਨਾ ਹੋਵੇ ਤਾਂ IFC ਮਦਦ ਕਰੇਗਾ। ਆ ਦੇਖੋ, ਇਟ ਇਜ਼ ਦਾ ਪ੍ਰਾਈਵੇਟ ਸੈਕਟਰ ਆਰਮ ਆਫ ਵਰਲਡ ਬੈਂਕ ਗਰੁੱਪ। ਇਹ ਬੱਚੋ ਸਟੈਬਲਿਸ਼ ਕਦੋਂ ਕੀਤਾ ਗਿਆ? 1956 ਦੇ ਵਿੱਚ। IBRD ਤਾਂ ਉਹੀ ਜਿਹੜੀ ਵਰਲਡ ਬੈਂਕ 45 ਵਾਲਾ, ਉਹ ਤਾਂ ਉਹੀ ਸਾਲ ਹੁੰਦਾ। ਕਿਤੇ ਕਹੂੰ ਵੀ ਸਰ ਨੇ ਤਾਂ ਲਿਖੇ ਹੀ ਪਿਆ 44 'ਚ ਬਣਿਆ, ਮੈਂ ਕਿਤੇ ਰਹਿ ਨਾ ਗਿਆ ਹੋਵੇ। ਇਹ ਤਾਂ ਅਸਲੀ ਹੀ ਹੈ ਨਾਮ, ਵਰਲਡ ਬੈਂਕ ਦਾ ਅਸਲੀ ਨਾਮ ਇਹੀ ਹੈ। ਫਿਰ ਆਪਣਾ 60 'ਚ ਆ ਗਿਆ ਤੇ ਆਪਣਾ 56 'ਚ ਆ ਗਿਆ। ਸੋ ਜੀ ਫਿਰ ਆਪਣਾ ਆ ਗਿਆ ਮਿੱਗਾ। ਮਿੱਗਾ ਦੀ ਫੁੱਲ ਫਾਰਮ ਆਪਾਂ ਦੇਖ ਹੀ ਲਈ ਸੀ, ਮਲਟੀਲੈਟਰਲ ਇਨਵੈਸਟਮੈਂਟ ਗਰੰਟੀ। ਗਰੰਟੀ ਦਿੰਦੀ ਹੈ। ਆਪਾਂ ਤੁਹਾਨੂੰ ਕਹਿਤਾ ਵੀ ਤੁਸੀਂ ਡਿਵੈਲਪਿੰਗ ਕੰਟਰੀਆਂ ਦੇ ਵਿੱਚ ਜਿਹੜੇ ਪ੍ਰਾਈਵੇਟ ਸੈਕਟਰ ਆ ਉਹ ਮੰਨ ਲਓ ਪ੍ਰੋਜੈਕਟ ਲਾਉਣਗੇ, ਮੰਨ ਲਓ ਅਫਗਾਨਿਸਤਾਨ 'ਚ ਲਾ ਕੇ ਬਹਿ ਗਏ, ਕੀ ਪਤਾ ਉੱਥੇ ਕਿੱਥੇ ਹਮਲਾ ਹੋ ਗਿਆ, ਕਿੱਥੇ ਤਾਲੀਬਾਨ ਨੇ ਕਿਹੜੇ ਵੇਲੇ ਕਬਜ਼ਾ ਕਰ ਲਿਆ, ਕਿੱਥੇ ਕੀ ਹੋ ਗਿਆ। ਬਈ ਪ੍ਰਾਈਵੇਟ ਸੈਕਟਰ ਬੰਦਾ ਕਿਉਂ ਆਪਦਾ ਪੈਸਾ ਨੁਕਸਾਨ ਕਰਾਵੇ? ਤਾਂ ਇਹ ਗਰੰਟੀ ਦਿੰਦੇ ਆ ਵੀ ਅਸੀਂ ਬੈਠੇ ਹਾਂ, ਅਸੀਂ ਤੁਹਾਨੂੰ ਗਰੰਟੀ ਦੇਵਾਂਗੇ, ਤੁਹਾਡਾ ਨੁਕਸਾਨ ਅਸੀਂ ਉਹਦਾ ਆਪੇ ਹੱਲ ਕਰਕੇ ਦੇਵਾਂਗੇ, ਤੁਸੀਂ ਪ੍ਰੋਜੈਕਟ ਲਾਓ, ਕੋਈ ਚੱਕਰ ਵਾਲੀ ਗੱਲ ਨਹੀਂ। ਕੋਈ ਦੂਤਾਕੜ ਕੰਮ ਹੋ ਗਿਆ ਨਾ, ਆਹ ਕੀ ਖੁੱਲ ਗਿਆ? ਅੱਛਾ ਆ ਸੀ ਮਲਟੀਲੈਟਰਲ ਇਨਵੈਸਟਮੈਂਟ ਗਰੰਟੀ ਏਜੰਸੀ। ਇਟ ਇਜ਼ ਟੂ ਪ੍ਰਮੋਟ ਕ੍ਰਾਸ ਬਾਰਡਰ ਇਨਵੈਸਟਮੈਂਟ ਇਨ ਡਿਵੈਲਪਿੰਗ ਕੰਟਰੀਜ਼। ਹੁਣ ਬੰਦਾ ਡਿਵੈਲਪਿੰਗ ਕੰਟਰੀ 'ਚ ਰਿਸਕ ਆਪਦਾ ਪੈਸਾ ਦਾਓ ਤੇ ਕਿਉਂ ਲਾਏ? ਬਈ ਆਹ ਲਵਾਉਂਦੇ ਆ ਵੀ ਅਸੀਂ ਬੈਠੇ ਸਾਥੋਂ ਲੈ ਲਿਓ। ਬਾय ਪ੍ਰੋਵਾਈਡਿੰਗ ਗਰੰਟੀਜ਼ ਟੂ ਦ ਇਨਵੈਸਟਰਸ। ਜਿਹੜਾ ਪੈਸਾ ਲਾਉਂਦੇ ਹੈ, ਜਿਹੜੇ ਪੈਸਾ ਬੱਚੋ ਉੱਥੇ ਇਨਵੈਸਟ ਕਰਦੇ ਹੈ, ਇਹ ਉਹਨਾਂ ਨੂੰ ਗਰੰਟੀ ਦਿੱਤੀ ਜਾਂਦੀ ਹੈ। ਇਹ ਫਿਰ ਆਪਣਾ ਸਟੈਬਲਿਸ਼ ਹੋਇਆ ਸੀ 1988 ਦੇ ਵਿੱਚ, 1988। ਸਮਝ ਗਏ? ਇਹ ਸਾਰੇ ਕੀਮਤੀ ਪੁਆਇੰਟ ਆਪਾਂ ਯਾਦ ਰੱਖਣੇ ਆ। ਫਿਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਬੱਚੋ ਵੀ ਲੜਾਈ ਝਗੜੇ ਵਾਸਤੇ ਫਿਰ ਕਦੀ ਬੋਡੀ ਹੋਣੀ ਚਾਹੀਦੀ ਹੈ। ਵੀ ਇੰਨਾ ਕਈ ਵਾਰੀ ਪ੍ਰਾਈਵੇਟ ਸੈਕਟਰ ਆ ਜਾਣ ਕੇ ਮਿਸਯੂਜ਼ ਕਰਦੇ ਹਨਾ, ਉਹ ਜਾਣ ਕੇ ਕਹਿੰਦੇ ਮੈਂ ਇੰਨੇ ਦਿਓ, ਐਂ ਕਰੋ, ਜਾਂ ਕੋਈ ਲੋਨ ਪਿੱਛੇ ਰੌਲਾ ਪੈ ਗਿਆ, ਜਾਂ ਕੋਈ ਮੋੜ ਹੀ ਨਹੀਂ ਰਿਹਾ, 50 ਸਾਲ ਹੋ ਗਏ, 25 ਸਾਲ ਹੋ ਗਏ ਨਾ, ਵੀ ਵਿਆਜ ਹੀ ਭੇਜ ਦਿਓ ਯਾਰ 0.2%, ਯਾਰ ਐਂ ਕਿਉਂ ਕਰਦੇ ਹੋ ਯਾਰ, ਕੁਝ ਵੀ ਨਹੀਂ ਹੋ ਰਿਹਾ।
इंटरनेशनल सेंटर फॉर सैटलमेंट ऑफ इन्वेस्टमेंट डिस्प्यूट। ये समझी गए, वैसे फुल फॉर्म तो पता लग गया बच्चों, टू सैटल द इन्वेस्टमेंट डिस्प्यूट, काम निबड़ गया। बट काम तां निबड़ूगा ना जे आ याद रखोगे ये कदों बनी है 1966 ਦੇ ਵਿੱਚ 1966। ਵੈਰੀ ਗੁੱਡ, याद रखना पाए, ठीक है ना। चलो भी फिर आप देखते हैं वर्ल्ड बैंक का काम आप हुण तक की देखिया बच्चों, लोन देना। वर्ल्ड बैंक का आप देखिया हुण तक लोन देना है। फिर नाल आ गया मार्शल प्लान, ये आप समझे मार्शल प्लान ये अमेरिका लैके आया सी बच्चों 1948 ਦੇ ਵਿੱਚ, क्योंकि अमेरिका नूं ऐ सी जिहड़ा सोवियत संघ है वो किते ज़्यादा प्रभाव ना किते यूरोप नूं आपदे कंट्रोल च ना कर ले, किते आपदी विचारधारा सारे यूरोप दे विच ना फैला दे। सो वैसटर्न यूरोप ते कब्जा करन दे लई अमेरिका दा राष्ट्रपति सी, आह राष्ट्रपति नहीं हैरी ट्रूमैन सी, अमेरिका दा राष्ट्रपति सी हैरी ट्रूमैन, उन्हें फिर जारी करवाया मार्शल प्लान। ये सैक्रटरी सी उस समय मार्शल। इहदे विच की सीगा, कहते जी असी सारिया वर्ल्ड वार दे विच जिन्नियां भी वैसटर्न यूरोप दी कंट्रियां दा नुकसान होया है, कहते असी उहदे लई $13 बिलियन का फंड जारी करन जा रहे हैं। इमैजिन करो रकम, इमैजिन करो मैं किन्नी बोली है 1948 दी है, $13 बिलियन, $13 बिलियन कहते भाई असी इन्वेस्ट करन जा रहे हैं। ये मार्शल प्लान से बड़े स्कीमी सी ये। चलो पहला पार्ट है ना वर्ल्ड बैंक, मैं तुहानूं कहा भी ये लैंडिंग करती है, सपोर्ट करती है, लोन दिंदी है। बट मान लो पेपर सवाल आ गया भी पहला वर्ल्ड बैंक का लोन किहड़े मुल्क ने लिया सी, ऑप्शन दे के पूछणगे फ्रांस, जर्मनी, इंडिया, इटली। किते टक इंडिया ना लाया हो, किते आप कहो भी मैं भी सारा दिन मंगदा रहना भी की इंडिया ही होवे। पहला रेसिपिएंट जिन्हें वर्ल्ड बैंक तो पैसा लिया सपोर्ट लई आ बच्चों वो सी अपना फ्रांस। ते हमेशा पेपर वाला फ्रांस ते जर्मनी च बड़ा उलझाउंदा है, बड़ा मोह प्यार है फ्रांस ते जर्मनी का। फिर बच्चों आ गया मार्शल प्लान, ये नाल ही पढ़ना जरूरी है। जिहड़ा मार्शल प्लान है बच्चों पेपर वाला 4 ऑप्शन दे के पूछ सकदा सीधा मसीधा भी इस नूं आपां की कहनी है, तां आपां टिक लावांगे यूरोपियन रिकवरी प्रोग्राम, भी यूरोप नूं आपां रिकवर करना है। क्योंकि वर्ल्ड बैंक भी यूरोप नूं की दुनिया नूं रिकवर करने वास्ते बने हैं। मार्शल प्लान कहते यूरोप नूं रिकवर, ये कला यूरोप नूं टारगेट क्यों कर रहा है, बिकॉज यूरोप दे विच जिहड़ा सोवियत संघ है वो ज्यादा पैर पसार रहा आपदे, अमेरिका डरी जाता है। क्योंकि अमेरिका यूएस ते यूएसएसआर तुहानूं पता ही है कट्टर दुश्मन सी दोने। ते ये मार्शल प्लान की है was the large scale American program to aid Europe, भी यूरोप की सपोर्ट करनी असी लार्ज स्केल, तो मैं तुहानूं दस ही दिता सी $13 बिलियन है यार, जिथे यूएस ने मॉनेटरी सपोर्ट देनी है टू हैल्प रीबिल्ड यूरोपियन इकोनॉमीज। क्योंकि वर्ल्ड वार 2 का नतीजा ही अपना की है वर्ल्ड बैंक ते IMF है, तो वर्ल्ड बैंक 2 का नतीजा ही अपना मार्शल प्लान है, तां इकट्ठे पढ़े जाते हैं, ठीक है ना। भी सपोर्ट करांगे अड़ी ते नाल मेन की है सपोर्ट क्यों कर रहे हैं भी किते USSR ना ज्यादा कर दे, किते ओ ना ज्यादा मुल्क आपदे मगर ला ले, आ रोकना। देखो इन ऑर्डर टू कॉम्बैट, कॉम्बैट का मतलब रोकना घटाउणा किहदा, द स्प्रैड ऑफ सोवियत कम्युनिज्म, भी जे किते विचारधारा फैल गई, जे किते इन्होंने आपका दबदबा बना लिया ये तो आपां नूं रगड़ देणगे रगड़। सो इत्थे स्कीम खिड़ गया हैरी ट्रूमैन उस समय अमेरिका का राष्ट्रपति, ते वर्ल्ड बैंक दी बच्चों पहले लोन किहने लिया फ्रांस ने। सो सारे पॉइंट आपां रखने हैं याद। मेरे हिसाब नाल अज दी क्लास दे विच आपां नूं कल्ला वर्ल्ड बैंक ही समझ लेना चाहिए, बिकॉज मैं नहीं चाहता भी मैं रश दे विच इहदे कवर च फाहा वड़दा। ये थ्योरी मेरी अक्सर कदे भी पढ़ाउण दे विच नहीं रही, इंटरस्टिंग वे दे नाल पढ़ाउण दा मेरा शौक है, क्योंकि पढ़ाउण दा हिस्टरी तुसीं देख ही लिया होगा। हुण ऐ तां है नहीं आपां भी उत्थे मैं रोक के खड़ा रहां भी नाल दिन पढ़ाई चलां, स्लाइडां पढ़ाउणियां भी IMF बणियां, आ लिख लो इहदा हैडकुआटर वाशिंगटन दे विच है, ये 1944 च बणी है। ਇਹ ਗੱਲ ਜੀ नहीं बननी, ये नवे जोश के नाल नवी बॉडी अगली क्लास च पढ़ांगे जिहड़ी कि बहुत ही जल्द नाल दी नाल ही तो अपलोड हो जानी है। इन्ने नाल तुहानूं भी हौसला हो जांदा भी वधिया भी इन्नी शॉर्ट वीडियो ऑनलाइन दे विच कंटेंट शॉर्ट एंड क्रिस्प होना बहुत जरूरी है, तां ही बच्चा इंटरस्ट ना देखदा है। जे तुहानूं मैं सीधा कहता 1.25 घंटे की क्लास है 50 बासियां लओगे 50 ऐं करी जाओगे बैठे भी यार मुकद कोई नहीं बोर हो ही जाने वो चीज़ है, तो वो चीज़ां नूं कंबैट करन वास्ते ये अपना रुपिंदर प्लान है,
ਇਹ ਕਿਹੜਾ ਪਲਾਨ ਆਪਣਾ ਰੁਪਿੰਦਰ ਪਲਾਨ ਵੀ ਕਲਾਸ ਸ਼ਾਰਟ ਹੋਵੇ ਅੰਡਰਸਟੈਂਡਿੰਗ ਬਿਲਡਅਪ ਹੋਣੀ ਚਾਹੀਦੀ ਹੈ। ਸੋ ਅੱਜ ਵਰਲਡ ਬੈਂਕ ਨੂੰ ਰਿਵਾਈਜ਼ ਕਰ ਲਓ। ਨੈਕਸਟ ਆਪਾਂ IMF ਹੋਰ ਬੋਡੀਆਂ ਵੀ ਦੇਖਣੀਆਂ ਹਜੇ, ਟੈਨਸ਼ਨ ਨਹੀਂ ਲੈਣੀ, ਸਾਰੀਆਂ ਬੋਡੀਆਂ ਦਿਖਾਉਂਗਾ, ਇਕੱਲੇ ਹੈੱਡਕੁਆਟਰ ਥੋੜੀ ਦਿਖਾਇਆ ਤੁਹਾਨੂੰ ਮੈਂ। ਚਲੋ ਠੀਕ ਹੈ ਬੱਚੋ, ਨੈਕਸਟ ਕਲਾਸ ਮਿਲਦੇ ਹਾਂ ਫਿਰ ਆਪਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ।